ਮਜ਼ਬੂਤ ਫੈਸਲੇ ਲੈ ਗਏ, ਜਿਨ੍ਹਾਂ 'ਚੋਂ ਇੱਕ ਫੈਸਲਾ ਸੀ ਕਿ ਕਿਸੇ ਵੀ ਭਾਰਤੀ ਡਿਪਲੋਮੈਟ, ਉਹਨਾਂ ਦੇ ਐਂਬੈਸਡਰ ਜਾਂ ਕੌਂਸਲਰ ਸਟਾਫ ਨੂੰ ਕਿਸੇ ਗੁਰਦੁਆਰਾ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਏਗਾ। ਜਦੋਂ ਕਿਸੇ ਸਟੇਟ ਦੀ ਲੈਜਿਸਲੇਚਰ ਜਾਂ ਸੈਨੇਟ ਇਹ ਰੈਜ਼ੋਲੂਸ਼ਨ ਕਰਦੀ ਹੈ ਕਿ ਭਾਈ ਇਹ ਜੋ ਨਵੰਬਰ 84 'ਚ ਹੋਇਆ ਹੈ, ਇਹ ਸਿੱਖ ਵਿਰੋਧੀ ਦੰਗੇ ਨਹੀਂ ਸੀ ਜਾਂ ਮਹਿਜ਼ ਸਿੱਖ ਵਿਰੋਧੀ ਹਿੰਸਾ ਨਹੀਂ ਸੀ, ਇਹ ਸਟੇਟ ਸਪॉन्सर्ड ਸਟੇਟ ਐਗਜ਼ੀਕਿਊਟਿਡ ਜੈਨੋਸਾਈਡ ਸੀ। ਔਰ 37 ਸਾਲ ਬੀਤਣ ਬਾਅਦ ਵੀ 38 ਸਾਲ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਜਦੋਂ ਕਿ ਨਿਊ ਜਰਸੀ ਸਟੇਟ ਦੀ ਸੈਨੇਟ ਨੇ, ਜਿਸ ਦੇ ਵਿੱਚ ਸੈਨੇਟਰ ਸਟੀਫਨ ਸਵੀਨੀ ਨੇ ਰੈਜ਼ੋਲੂਸ਼ਨ ਲਿਆਂਦਾ ਕਿ ਜਿਹੜਾ ਨਵੰਬਰ 84 ਨੂੰ ਜਿਹੜਾ ਉਹ ਐਂਟਾਈ ਸਿੱਖ ਵਾਇਲੈਂਸ ਦੇ ਤੌਰ ਤੇ ਹੀ ਨਹੀਂ ਬਲਕਿ ਇੱਕ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ। The New Jersey Senate condemns the November 1984 anti-Sikh violence in India as genocide। ਕਿ ਇਹ ਸੈਨੇਟ ਜਿਹੜੀ ਹੈ ਉਹਨੂੰ ਨਸਲਕੁਸ਼ੀ ਦੇ ਤੌਰ ਤੇ ਲੈਂਦੀ ਔਰ ਇਹਨੂੰ ਕੰਡੈਮ ਕਰਦੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਨਿਊ ਜਰਸੀ ਦੀ ਸੈਨੇਟ ਨੇ ਸੈਨੇਟਰ ਸਟੀਫਨ ਸਵੀਨੀ ਵੱਲੋਂ ਪੇਸ਼ ਕੀਤੇ ਇੱਕ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਅਨੁਸਾਰ ਨਵੰਬਰ 84 ਦੀ ਸਿੱਖ ਵਿਰੋਧੀ ਹਿੰਸਾ ਨੂੰ ਜੈਨੋਸਾਈਡ ਯਾਨੀ ਕਿ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ 5 ਤੋਂ 6 ਮਿਲੀਅਨ ਦੇ ਲਗਭਗ ਡਾਇਸਪੋਰਾ ਸਿੱਖਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਇਕੱਲਾ ਇਹੀ ਨਹੀਂ ਕਿ ਸਿੱਖ ਕੌਮ ਦੀ ਵੱਖਰੀ ਪਛਾਣ ਜਾਂ ਪੰਜਵੇਂ ਵੱਡੇ ਮਜ਼ਹਬ ਵਜੋਂ ਸਿੱਖਾਂ ਨੂੰ ਰੈਕਗਨਾਈਜ਼ ਕਰਵਾਉਣਾ ਦੁਨੀਆ ਭਰ 'ਚ ਧਾਰਮਿਕ ਤੌਰ 'ਤੇ ਉਹ ਪ੍ਰਾਪਤੀਆਂ ਨੇ। ਸਿਆਸੀ ਤੌਰ 'ਤੇ ਵੀ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਜਿਹੜੇ ਛੋਟੇ ਛੋਟੇ ਬੇਬੀ ਸਟੈਪ ਨੇ, ਫਾਈਨਲੀ ਜਿਹੜੀ ਫਰੀडम ਹੈ ਉਸ ਦੇ ਲਈ ਤਾਂ ਤੁਹਾਨੂੰ ਕਈ ਐਫਰਟ ਕਰਕੇ ਉੱਥੋਂ ਤੱਕ ਪਹੁੰਚਣ ਦਾ ਹੁੰਦਾ, ਪਰ ਉਹ ਆਲਰੇਡੀ ਕਾਮਯਾਬੀ ਦੇ ਨਾਲ ਉਹ ਬੇਬੀ ਸਟੈਪ ਅੱਜ ਜਾਇੰਟ ਸਟੈਪ ਬਣਦੇ ਜਾ ਰਹੇ ਨੇ। ਅਮਰੀਕਾ 'ਚ ਜਦੋਂ 5 ਸਾਲ ਪਹਿਲਾਂ ਸਿੱਖਾਂ ਨੇ ਐਫਰਟ ਕਰਕੇ ਅਮਰੀਕਾ ਦਿਆਂ ਨੇ US ਕਾਂਗਰੈਸ਼ਨਲ ਸਿੱਖ ਕਾਕਸ ਬਣਾਈ ਔਰ ਉਸ ਦੇ ਲਈ ਯਤਨ ਤਾਂ 2 ਸਾਲ ਉਸ ਤੋਂ ਪਹਿਲਾਂ ਹੁੰਦਾ ਰਿਹਾ, ਪਰ ਅੱਜ ਅਸੀਂ ਦੇਖਦੇ ਹਾਂ ਕਿ 50 ਤੋਂ ਜ਼ਿਆਦਾ ਕਾਂਗਰਸਮੈਨ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਔਰ ਡੈਮੋਕ੍ਰੈਟ ਦੋਨੋਂ ਹੀ ਨੇ, ਉਹ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਪੋਲੀਟੀਕਲ ਔਰ ਰਿਲੀਜੀਅਸ ਮੁੱਦਿਆਂ ਦੇ ਉੱਤੇ ਟਾਈਮ ਟੂ ਟਾਈਮ ਆਪਣਾ ਸਟੈਂਡ ਕਲੀਅਰ ਕਰਨ ਦੇ ਲਈ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੀ ਹੋਂਦ ਨੂੰ ਆਲਮੋਸਟ 20 ਸਾਲ ਹੋ ਗਏ ਨੇ, ਉਸ ਦੀ ਇੱਕ ਆਪਣੀ ਦੇਣ ਹੈ। ਜਿਹੜਾ ਖਾਸ ਤੌਰ 'ਤੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਜਿਹੜੀ ਉੱਥੇ ਸੇਵਾ ਸੰਭਾਲ ਹੈ ਔਰ ਜਿਹੜੀ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੁੱਲ੍ਹਣ ਤੱਕ ਗੱਲ ਪਹੁੰਚਦੀ ਹੈ, ਉਸ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਕਾਫੀ ਰੋਲ ਅਦਾ ਕੀਤਾ ਹੋਇਆ। ਇੱਕ ਸਟੇਜ 'ਤੇ ਇਉਂ ਲੱਗਾ ਕਿ ਰੀਜਨ ਵਾਈਜ਼ ਵੀ ਕੁਛ ਕੰਮ ਕਰਨ ਦੀ ਲੋੜ ਹੁੰਦੀ ਹੈ, ਜਿਹਦੇ 'ਚ ਤੁਹਾਨੂੰ ਇਮੀਡੀਏਟਲੀ ਜਿਹੜਾ ਹੈ ਉਹ ਕੋਈ ਐਕਸ਼ਨ ਦੀ ਲੋੜ ਹੁੰਦੀ ਹੈ। ਅਤੇ ਇਹ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ, ਜਿਹਦੇ 'ਚ ਜਿਹੜਾ ਹੈ ਉਹ ਕਾਫੀ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬਾਨ ਸਿੱਖ ਸੁਸਾਇਟੀਜ਼ ਨੇ ਜੁਆਇਨ ਕੀਤਾ ਔਰ ਉਹਨਾਂ ਦੀ 5 ਮੈਂਬਰੀ ਕਮੇਟੀ ਔਰ ਖ਼ਾਸ ਤੌਰ 'ਤੇ ਜਿਹਦੇ 'ਚ ਭਾਈ ਹਿੰਮਤ ਸਿੰਘ ਜਿਹੜੇ ਉਹ ਕੋਆਰਡੀਨੇਟਰ ਨੇ ਐਫਰਟ, ਉਹਦੇ ਥੱਲੇ ਬੜੇ ਮਜ਼ਬੂਤ ਫੈਸਲੇ ਲੈ ਗਏ, ਜਿਨ੍ਹਾਂ 'ਚੋਂ ਇੱਕ ਫੈਸਲਾ ਸੀ ਕਿ ਕਿਸੇ ਵੀ ਭਾਰਤੀ ਡਿਪਲੋਮੈਟ, ਉਹਨਾਂ ਦੇ ਐਂਬੈਸਡਰ ਜਾਂ ਕੌਂਸਲਰ ਸਟਾਫ ਨੂੰ ਕਿਸੇ ਗੁਰਦੁਆਰਾ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਏਗਾ, ਕਿ ਉਹ ਠੀਕ ਹੈ ਆਮ ਸ਼ਰਧਾਲੂ ਵਾਂਗ ਉਹ ਆ ਸਕਦੇ ਨੇ। ਔਰ ਉਹ ਫੈਸਲੇ ਦਾ ਨਤੀਜਾ ਸੀ ਕਿ ਇਹ ਫਿਰ ਥਾਂ ਥਾਈਂ ਕਿੰਨੇ ਮੁਲਕਾਂ ਦੇ ਵਿੱਚ ਕੈਨੇਡਾ, ਆਸਟ੍ਰੇਲੀਆ ਔਰ ਦੂਰ ਦੂਰ ਤੱਕ ਇਹਨੂੰ ਇੰਪਲੀਮੈਂਟ ਕੀਤਾ ਗਿਆ, ਜਿਹੜਾ ਜਾਰੀ ਹੈ। ਇੱਕ ਪਾਰਟ ਜਿਹੜਾ ਵਿਦਇਨ ਦਾ ਸਿਸਟਮ ਤੁਸੀਂ ਆਪਣੀ ਥਾਂ ਬਣਾਉਂਦੇ ਹੋ, ਜਦੋਂ ਅਸੀਂ ਕਿਸੇ ਸਟੇਟ ਦੀ ਲੈਜਿਸਲੇਚਰ ਦੀ ਗੱਲ ਕਰਦੇ ਹਾਂ, ਜਿਵੇਂ ਹਰ ਸਟੇਟ ਦੀ ਆਪਣੀ ਅਸੈਂਬਲੀ ਹੈ, ਆਪਣੀ ਸੈਨੇਟ ਹੈ, ਔਰ ਅਪ੍ਰੈਲ ਖਾਲਸਾ ਸਾਜਨਾ ਦਿਵਸ ਹੋਏ, ਉਹਦੀ ਰੈਕਗਨੀਸ਼ਨ ਅਮਰੀਕਾ 'ਚ ਬਹੁਤ ਸਾਰੀਆਂ ਸਟੇਟਾਂ ਨੇ ਇਸ ਦਿਨ ਨੂੰ ਐਜ਼ ਏ ਸਿੱਖ ਨੈਸ਼ਨਲ ਡੇ ਵਜੋਂ ਰੈਕਗਨਾਈਜ਼ ਕੀਤਾ ਹੋਇਆ। ਔਰ ਇਸੇ ਤਰ੍ਹਾਂ ਨਵੰਬਰ 84 ਨੂੰ ਨਸਲਕੁਸ਼ੀ, ਸਿੱਖ ਨਸਲਕੁਸ਼ੀ ਦੇ ਤੌਰ 'ਤੇ ਰੈਕਗਨਾਈਜ਼ ਕਰਵਾਉਣ ਦੇ ਲਈ ਵੀ ਇੱਕ ਸਟੇਟ ਆਫ ਕਨੈਟੀਕਟ ਹੋਏ,
ਸਟੇਟ ਆਫ ਪੈਨਸਿਲਵੇਨੀਆ ਹੋਏ, ਸਟੇਟ ਆਫ ਕੈਲੀਫੋਰਨੀਆ, ਜੈਨੋਸਾਈਡ ਲਫ਼ਜ਼ ਨਹੀਂ ਸੀ ਉਹਨਾਂ ਨੇ ਇਸਤੇਮਾਲ ਕੀਤਾ, ਬਟ ਦੇ ਕੇਮ ਕਲੋਜ਼ ਟੂ ਇਟ। ਔਰ ਇਸ ਸਾਰੇ ਐਫਰਟ ਦੇ ਵਿੱਚ ਜਿਹੜਾ ਹੈ, ਕਿਉਂਕਿ ਜਦੋਂ ਤੁਸੀਂ ਇਸ ਹੱਦ ਤੱਕ ਲੌਬੀ ਨੂੰ ਲੈ ਜਾਂਦੇ ਹੋ ਤੇ ਫਿਰ ਉਸ ਤੋਂ ਅਗਲਾ ਸਟੈਪ ਹੁੰਦਾ ਹੈ ਕਿ ਜੇ ਇੱਕ ਸਟੇਟ ਤੁਹਾਡਾ ਜੈਨੋਸਾਈਡ ਕਰ ਰਹੀ ਹੈ ਤਾਂ ਫਿਰ ਤੁਹਾਡਾ ਹੁਣ ਜੇ ਇਜ਼ਰਾਈਲ ਦੀ ਹੋਂਦ ਨਿਕਲਦੀ ਹੈ ਤਾਂ ਇਸ ਪਰਸੀਕਿਊਸ਼ਨ ਦੇ ਨਾਲ ਜੋੜ ਕੇ ਕਿ ਜੀ ਹਿਟਲਰ ਨੇ ਕੀ ਕੀਤਾ, ਨਾਜ਼ੀਆਂ ਨੇ ਕੀ ਕੀਤਾ, ਹੋਲੋਕਾਸਟ ਲਫ਼ਜ਼ ਇਸਤੇਮਾਲ ਕੀਤਾ ਗਿਆ। ਸੋ ਅਸੀਂ ਕੱਲ੍ਹ ਨੂੰ ਜਦੋਂ ਆਪਣੇ ਕੌਜ਼ ਖਾਲਿਸਤਾਨ ਲਈ ਲੌਬੀ ਕਰਨੀ ਹੈ, ਹਾਲਾਂ ਕੌਣ ਇਹਨੂੰ ਕਹਿੰਦਾ ਹੈ ਜਾਂ ਨਹੀਂ ਇਹਦੇ ਨਾਲ ਫਰਕ ਨਹੀਂ ਪੈਂਦਾ, ਪਰ ਪੋਲੀਟੀਕਲੀ ਜਦੋਂ ਕਿਸੇ ਸਟੇਟ ਦੀ ਲੈਜਿਸਲੇਚਰ ਜਾਂ ਸੈਨੇਟ ਇਹ ਰੈਜ਼ੋਲੂਸ਼ਨ ਕਰਦੀ ਹੈ ਕਿ ਭਾਈ ਇਹ ਜੋ ਨਵੰਬਰ 84 'ਚ ਹੋਇਆ ਹੈ ਇਹ ਸਿੱਖ ਵਿਰੋਧੀ ਦੰਗੇ ਨਹੀਂ ਸੀ ਜਾਂ ਮਹਿਜ਼ ਸਿੱਖ ਵਿਰੋਧੀ ਹਿੰਸਾ ਨਹੀਂ ਸੀ, ਇਹ ਸਟੇਟ ਸਪਾਂਸਰਡ, ਸਟੇਟ ਐਗਜ਼ੀਕਿਊਟਿਡ ਜੈਨੋਸਾਈਡ ਸੀ, ਔਰ 37 ਸਾਲ ਬੀਤਣ ਬਾਅਦ ਵੀ 38 ਸਾਲ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਸੋ ਇਸ ਸਾਰੀ ਲੌਬੀ ਦੇ ਚੈਪਟਰ ਦੇ ਵਿੱਚ ਅੱਜ ਇੱਕ ਹੋਰ ਗੋਲਡਨ ਚੈਪਟਰ ਲੌਬੀ ਦੇ ਐਂਗਲ ਤੋਂ ਐਡ ਹੋਇਆ ਜਦੋਂ ਕਿ ਨਿਊ ਜਰਸੀ ਸਟੇਟ ਦੀ ਸੈਨੇਟ ਨੇ, ਜਿਸ ਦੇ ਵਿੱਚ ਸੈਨੇਟਰ ਸਟੀਫਨ ਸਵੀਨੀ ਨੇ ਰੈਜ਼ੋਲੂਸ਼ਨ ਲਿਆਂਦਾ ਕਿ ਜਿਹੜਾ ਨਵੰਬਰ 84 ਨੂੰ ਜਿਹੜਾ ਉਹ ਐਂਟਾਈ ਸਿੱਖ ਵਾਇਲੈਂਸ ਦੇ ਤੌਰ ਤੇ ਹੀ ਨਹੀਂ ਬਲਕਿ ਇੱਕ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ। ਔਰ ਅੱਜ ਇਹ ਰੈਜ਼ੋਲੂਸ਼ਨ ਜਿਹੜਾ ਕਿ ਉਹਨਾਂ ਦੀ ਸੈਨੇਟ ਦੇ ਵਿੱਚ ਮੂਵ ਹੋਇਆ, ਹਾਲਾਂਕਿ ਕਿਉਂਕਿ ਕੋਵਿਡ-19 ਵੇਰੀਐਂਟ ਦੇ ਚੱਲਦੇ ਆ ਬੜੀ ਰੈਸਟ੍ਰਿਕਟਿਡ ਐਂਟਰੀ ਹੈ। ਸੋ ਡੈਲੀਗੇਸ਼ਨ ਇੱਕ ਜਿਹਦੇ 'ਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਲ ਸਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਹੈ ਉਹ ਔਰ US ਕਾਂਗਰੈਸ਼ਨਲ ਸਿੱਖ ਕਾਕਸ ਦੇ ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਆਏ, ਔਰ TV 84 ਦੀ ਟੀਮ ਵੀ ਮੌਕੇ ਦੇ ਉੱਤੇ ਅੰਦਰ ਉਹਨਾਂ ਨੇ ਹਾਊਸ 'ਚ ਨੂੰ ਕਵਰ ਕੀਤਾ ਜਦੋਂ ਇਹ ਜਿਹੜਾ ਰੈਜ਼ੋਲੂਸ਼ਨ ਮੂਵ ਹੋਇਆ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ, ਔਰ ਉਸ ਦਾ ਜਿਹੜਾ ਐਗਜ਼ੈਕਟ ਇਹ ਰੈਜ਼ੋਲੂਸ਼ਨ ਹੈ ਉਹਦੀ ਮੈਂ ਕੰਟੈਂਟ ਸ਼ੇਅਰ ਕਰਨਾ ਚਾਹਾਂਗਾ। ਔਰ ਉਹਦੇ 'ਚ ਇਹ ਹੈ ਕਿ ਸੈਨੇਟ ਰੈਜ਼ੋਲੂਸ਼ਨ ਕੰਡੈਮਿੰਗ ਨਵੰਬਰ 1984 anti-Sikh violence in India as genocide, whereas the Sikh community which originated in Punjab, India and began immigrating into United States over 100 years ago has played an important role in developing the United States and New Jersey। ਕਿ ਵੀ ਸਿੱਖ ਕੌਮ ਜਿਹੜੀ ਲਗਭਗ 100 ਸਾਲ ਪਹਿਲਾਂ ਜਿਹੜੇ ਸਿੱਖ ਅਮਰੀਕਾ 'ਚ ਆਏ ਔਰ ਉਹਨਾਂ ਨੇ ਅਮਰੀਕਾ ਔਰ ਨਿਊ ਜਰਸੀ ਸਟੇਟ ਨੂੰ ਡਿਵੈਲਪ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ। Whereas Sikhism is the world's 5th largest religion with nearly 30 million adherents, including roughly 1 million in the United States। ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਜਿਹਦੇ 'ਚ ਜਿਹੜਾ ਹੈ ਉਹ 30 ਮਿਲੀਅਨ ਸਿੱਖ ਨੇ ਔਰ 1 ਮਿਲੀਅਨ ਜਿਹੜੇ ਨੇ ਉਹ ਅਮਰੀਕਾ 'ਚ ਰਹਿੰਦੇ ਨੇ। Whereas the Sikh genocide began on November 1st, 1984 after the assassination of Indian Prime Minister Indira Gandhi in the capital territory of Delhi and states of ਅੱਗੇ ਲਗਭਗ 15 ਸਟੇਟਾਂ ਦੇ ਨਾਂ ਦਿੱਤੇ ਨੇ ਦਿੱਲੀ ਤੋਂ ਇਲਾਵਾ ਜਿੱਥੇ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਹੋਈ। Whereas the Sikh genocide lasted 3 days and over 30,000 Sikhs were brutally murdered as they were hunted in their homes where they were hacked and burned alive। ਕਿ ਇਹਨਾਂ 3 ਦਿਨਾਂ ਦੇ ਵਿੱਚ 30,000 ਤੋਂ ਜ਼ਿਆਦਾ ਸਿੱਖਾਂ ਨੂੰ ਘਰਾਂ ਦੇ ਵਿੱਚ ਵੀ ਜਿਉਂਦੇ ਸਾੜਿਆ ਗਿਆ ਔਰ ਉਹਨਾਂ ਦੇ ਟੁਕੜੇ ਕੀਤੇ ਗਏ ਹੈਕਡ। Whereas on April 16, 2015, the California State Assembly unanimously passed Assembly Concurrent Resolution 34, which recognized the systematic and organized killings of Sikhs by Indian government in Delhi and remembered those who lost their lives during 1984 Sikh genocide। ਇਹ ਉਹਨਾਂ ਨੇ ਰੈਫਰ ਕੀਤਾ ਹੈ ਨਿਊ ਜਰਸੀ ਸੈਨੇਟ ਨੇ ਕਿ ਇਹੋ ਜਿਹਾ ਰੈਜ਼ੋਲੂਸ਼ਨ ਅਪ੍ਰੈਲ 16, 2015 ਨੂੰ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਵੱਲੋਂ ਵੀ ਜਿਹੜਾ ਹੈ ਉਹ ਪੇਸ਼ ਹੋ ਕੇ ਪਾਸ ਕੀਤਾ ਜਾ ਚੁੱਕਾ ਹੈ। ਫਿਰ whereas on October 17, 2018 the General Assembly of Commonwealth of Pennsylvania unanimously passed House Resolution 1160 declaring November 1984 anti-Sikh violence as genocide। ये कैलिफोर्निया असेंबली ने कीता है, पेंसिल्वेनिया असेंबली ने कीता है। Whereas eyewitnesses, journalists and human rights activists have compiled evidence showing that government and law enforcement officials organized, participated in
and failed to intervene to prevent the killings through direct and indirect means। कि ये ਜਿਹੜੇ ਨੇ ਚਸ਼ਮਦੀਦ ਗਵਾਹ ਹੋਣ, ਪੱਤਰਕਾਰ ਹੋਣ, ਹਿਊਮਨ ਰਾਈਟਸ ਐਕਟਿਵਿਸਟ ਹੋਣ, ਸਿਵਲ ਰਾਈਟਸ ਐਕਟਿਵਿਸਟ ਹੋਣ, ਉਹਨਾਂ ਨੇ ਇਹ ਸਬੂਤ ਇਕੱਠੇ ਕੀਤੇ ਨੇ ਕਿ ਕਿਵੇਂ ਇਹ ਸਰਕਾਰ ਇਸ ਦੇ ਵਿੱਚ ਮੁਨੱਵਜ਼ ਸੀ ਔਰ ਇਹ ਸਾਰਾ ਜੋ ਵੀ ਹੋਇਆ ਉਹਨਾਂ ਦੀ ਦੇਖ ਰੇਖ ਥੱਲੇ ਹੋਇਆ। whereas as recently as 2011 mass graves have been discovered in the villages of Hon Chillad and Pataudi in Haryana, and many more will continue to be discovered in the future with Indian government officials and police flouting impunity। ਕਿ ਈਵਨ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਔਰ ਪਟੌਦੀ ਦੇ ਵਿੱਚ ਇਹ ਸਬੂਤ ਸਾਹਮਣੇ ਆਏ ਕਿ ਕਿਵੇਂ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋਈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਆਏਗਾ। ਫਿਰ whereas the widow colony, the Tilak Vihar neighborhood in New Delhi, still houses thousands of Sikh women who were forced to bear mass rape and witness the hacking, burning and murder of their husbands, fathers and sons, and who are still calling for justice against the perpetrators। ਕਿ ਵਿਡੋ ਕਾਲੋਨੀ ਜਿਹੜੀ ਕਿ ਤਿਲਕ ਵਿਹਾਰ 'ਚ ਹੈ, ਹਜ਼ਾਰਾਂ ਸਿੱਖ ਬੇਵਾਵਾਂ ਉੱਥੇ ਨੇ ਜਿਨ੍ਹਾਂ ਦੇ ਨਾਲ ਜਬਰ ਜਨਾਹ ਹੋਇਆ, ਜਿਨ੍ਹਾਂ ਦੇ ਪਤੀ ਭਰਾ ਪੁੱਤਰ ਜਿਹੜੇ ਨੇ ਉਹ ਕੋ ਕੇ ਮਾਰੇ ਗਏ। whereas many of the survivors of Sikh genocide eventually immigrated to United States and established large Sikh communities in places such as Fresno, Yuba City, Stockton। ਫਿਰ ਸਾਰੇ ਏਰੀਏ ਦਿੱਤੇ ਨੇ ਕਿ ਜਿਹੜੇ ਸਿੱਖਾਂ ਨੇ ਸਫ਼ਰ ਕੀਤਾ ਉਹ ਅਮਰੀਕਾ 'ਚ ਆ ਕੇ ਇਹਨਾਂ ਥਾਵਾਂ ਦੇ ਉੱਤੇ ਵਸੇ ਹੋਏ ਨੇ। whereas the Sikh community in United States and New Jersey has recovered from the material damages of the genocide as they continue to keep the memory of those who were killed alive and will never forget the Sikh genocide। ਕਿ ਇਹ ਜਿਹੜੇ ਨੇ ਨਿਊ ਜਰਸੀ 'ਚ ਰਹਿਣ ਵਾਲੇ ਸਿੱਖ ਉਹਨਾਂ ਨੇ ਆਪਣੀ ਜ਼ਿੰਦਗੀ ਤਾਂ ਸ਼ੁਰੂ ਕਰ ਲਈ, ਮੈਟੀਰੀਅਲ ਡੈਮੇਜ ਖਤਮ ਹੋ ਗਿਆ, ਜਿਹੜਾ ਉਹ ਪੂਰਾ ਹੋ ਗਿਆ, ਲੇਕਿਨ ਉਹ ਅਜੇ ਵੀ ਉਹਨਾਂ ਯਾਦਾਂ ਨੂੰ ਜੋ ਨਵੰਬਰ 84 ਦੀਆਂ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਨੇ। whereas recognizing the state sponsored violence that targeted Sikhs across India in 1984 is an important and historic step towards justice, accountability and reconciliation, which should be an example to other governments। ਕਿ ਵੀ ਇਹ ਨਿਊ ਜਰਸੀ ਦੀ ਸੈਨੇਟ ਜਦੋਂ ਇਸ ਨੂੰ ਰੈਕਗਨਾਈਜ਼ ਕਰ ਰਹੀ ਹੈ, ਇਹ ਇੱਕ ਇਨਸਾਫ ਵੱਲ ਚੁੱਕਿਆ ਕਦਮ ਹੈ, ਇਤਿਹਾਸਕ ਕਦਮ ਹੈ, ਤਾਂ ਕਿ ਭਾਰਤ ਨੂੰ ਇਸ ਦੇ ਲਈ ਜਵਾਬਦੇਹ ਵੀ ਠਹਿਰਾਇਆ ਜਾਏ ਔਰ ਇਸ ਦੇ ਲਈ ਉਹਨਾਂ ਵਿੱਚ ਸ਼ੁੱਡ ਬੀ ਐਨ ਐਗਜ਼ਾਮਪਲ ਆਫ ਫॉर ਅਦਰ ਟੂ ਅਦਰ ਗਵਰਨਮੈਂਟਸ। ਨਾਊ ਦੇਅਰਫੋਰ be it resolved by the Senate of the state of New Jersey। ਇਹ ਸਾਰਾ ਦੇ ਕੇ ਕਿ ਵੀ ਹੁਣ ਜਿਹੜੀ ਨਿਊ ਜਰਸੀ ਦੀ ਸੈਨੇਟ ਇਹਨੂੰ ਰਿਜ਼ੋਲਵ ਕਰਦੀ ਹੈ। ਨੰਬਰ 1, the New Jersey Senate condemns the November 1984 anti-Sikh violence in India as genocide। ਕਿ ਇਹ ਸੈਨੇਟ ਜਿਹੜੀ ਹੈ ਉਹਨੂੰ ਨਸਲਕੁਸ਼ੀ ਦੇ ਤੌਰ ਤੇ ਲੈਂਦੀ ਔਰ ਇਹਨੂੰ ਕੰਡੈਮ ਕਰਦੀ ਹੈ। copies of this resolution as filed with Secretary of State shall be transmitted by Secretary of Senate to the President and Vice President of United States, the majority and minority leaders of United States Senate, the Speaker and minority leader of United States House of Representatives, and every member of Congress elected from this state। ਕਿ ਇਹ ਜਿਹੜਾ ਰੈਜ਼ੋਲੂਸ਼ਨ ਅੱਜ ਸੈਨੇਟ ਕਰ ਰਹੀ ਹੈ ਇਹਦੀਆਂ ਕਾਪੀਆਂ ਅਸੀਂ ਸੈਨੇਟ ਵੱਲੋਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸਪੀਕਰ, ਸੈਨੇਟ ਦਾ ਲੋਅਰ ਹਾਊਸ ਦਾ ਔਰ ਜਿਹੜੇ ਮੈਂਬਰ ਕਾਂਗਰਸ ਦੇ ਨੇ ਨਿਊ ਜਰਸੀ ਤੋਂ ਉਹਨਾਂ ਨੂੰ ਫਾਰਵਰਡ ਕਰਾਂਗੇ। ਔਰ ਇਹ ਅੱਗੇ ਜਿਹੜਾ ਉਹਨਾਂ ਨੇ ਫਿਰ ਸਟੇਟਮੈਂਟ ਦਿੱਤੀ ਹੈ, ਪਰ ਮੈਂ ਵਕਤ ਦੇਖਦੇ ਹਾਂ ਅੱਗੇ ਨਹੀਂ ਜਾਵਾਂਗਾ, ਉਹਦੇ 'ਚ ਉਹੀ ਹੈ ਜਿਹੜਾ ਵੇਅਰ ਐਜ਼ ਦੇ ਵਿੱਚ ਉਹਨਾਂ ਨੇ ਰਿਜ਼ੋਲਵ ਕੀਤਾ ਔਰ ਐਂਡ 'ਚ ਉਹਨਾਂ ਨੇ ਇਹੀ ਕਿਹਾ ਕਿ this resolution recognizes and condemns the state sponsored violence that targeted Sikhs across India in 1984 as important and historical step towards justice, accountability and reconciliation, which should be an example to other governments। ਸੋ ਅਸੀਂ ਨਿਊ ਜਰਸੀ ਸੈਨੇਟ ਔਰ ਖਾਸ ਤੌਰ ਤੇ ਸੈਨੇਟਰ ਸਟੀਫਨ ਸਵੀਨੀ ਜਿਨ੍ਹਾਂ ਨੇ ਮੂਵ ਕੀਤਾ ਔਰ ਇਸ ਨੂੰ ਅਸੀਂ ਸਮਝਦੇ ਹਾਂ ਕਿ ਇਸ ਲੈਵਲ ਤੱਕ ਪਹੁੰਚਣ ਲਈ ਕਿੰਨੀ ਲੌਬੀ ਕਰਨੀ ਪੈਂਦੀ ਹੈ। ਔਰ US ਕਾਂਗਰੈਸ਼ਨਲ ਸਿੱਖ ਕਾਕਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹ ਇੰਡੀਵਿਜੂਅਲਸ ਨਿਊ ਜਰਸੀ ਦੇ ਖਾਸ ਤੌਰ ਤੇ ਕਿਉਂਕਿ ਹਮੇਸ਼ਾ ਲੌਬੀ ਦਾ ਸੈਂਟਰ ਲੋਕਲ ਲੈਵਲ ਤੇ ਹੁੰਦਾ ਹੈ, ਅਸੀਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੰਡੀਅਨ ਸਟੇਟ ਨੂੰ ਵੀ ਇਹ ਮੈਸੇਜ ਗਿਆ ਕਿ ਭਾਈ ਤੁਸੀਂ ਜੋ ਜ਼ੁਲਮ ਕੀਤੇ ਨੇ ਉਹਦੇ ਲਈ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਜਿਹੜੀ ਗੱਲ ਮੈਂ ਕੁਲਦੀਪ ਨਈਅਰ ਨੂੰ
94 ਦੇ ਵਿੱਚ ਸ਼ਿਕਾਗੋ ਦੀ ਸਟੇਜ ਤੋਂ ਕਹੀ ਸੀ ਕਿ ਤੁਸੀਂ ਵਾਰ ਕ੍ਰਿਮੀਨਲ ਹੋ, ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਮਾਫੀ ਨਹੀਂ, ਵਾਰ ਕ੍ਰਿਮੀਨਲਸ ਲਈ ਕੋਈ ਮਾਫੀ ਨਹੀਂ ਹੈ। ਬਿਲਕੁਲ। ਸੋ ਇਹ ਇੱਕ ਵੱਡਾ ਜਿਹੜਾ ਜਾਇੰਟ ਸਟੈਪ ਹੈ ਉਸ ਅਕਾਊਂਟੇਬਿਲਟੀ ਦੇ ਲਈ, ਜਿਹੜੀ ਇੰਡੀਅਨ ਸਟੇਟ ਨੂੰ ਜਿਹਦੇ ਲਈ ਅਲਟੀਮੇਟਲੀ ਜਵਾਬਦੇਹ ਕੀਤਾ ਜਾਏਗਾ ਆਉਣ ਵਾਲੇ ਫਿਊਚਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।